ਏਵਨ ਪੰਜਾਬੀ ਵੇਖ ਰਹੀਆਂ ਸਰਬੱਤ ਸੰਗਤਾਂ ਨੂੰ ਦਾਸ ਮਹਿੰਦਰ ਸਿੰਘ ਦੀ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਤਿਗੁਰਾਂ ਦੀ ਬਖਸ਼ੀ ਹੋਈ ਬਾਣੀ ਸੋਹਿਲਾ ਇਸ ਸੰਬੰਧ ਵਿੱਚ ਵਿਚਾਰ ਸਾਂਝੇ ਕਰਾਂਗੇ। ਸੋਹਿਲਾ ਬਾਣੀ ਦਾ ਕੀ ਮਹਿਨਾ ਹੈ, ਸੋਹਿਲਾ ਸ਼ਬਦ ਦਾ ਕੀ ਮਹਿਨਾ ਹੈ, ਕੀ ਭਾਵ ਹੈ। ਇਸ ਬਾਣੀ ਨੂੰ ਪੜ੍ਹਨ ਦੀ ਸਾਨੂੰ ਹਦਾਇਤ ਹੈ। ਇਹ ਸਾਡੀ ਰਹਿਤ ਮਰਿਆਦਾ ਦੇ ਵਿੱਚ ਸ਼ਾਮਲ ਹੈ। ਜਦੋਂ ਅਸੀਂ ਬਿਸਤਰ ਜਾਂਦੇ ਹਾਂ ਰਾਤੀ ਸੌਣ ਵਾਸਤੇ, ਪਹਿਲਾਂ ਸਾਨੂੰ ਕੀਰਤਨ ਸੋਹਿਲਾ ਸਾਹਿਬ ਦਾ ਪਾਠ ਕਰਨ ਦੀ ਹਦਾਇਤ ਕੀਤੀ ਗਈ ਹੈ। ਤੇ ਜਦੋਂ ਕੋਈ ਪ੍ਰਾਣੀ ਅਕਾਲ ਚਲਾਣਾ ਕਰ ਜਾਂਦਾ ਹੈ, ਉਦੋਂ ਵੀ ਸੋਹਿਲਾ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਸੋਹਿਲਾ ਇੱਕ ਸੁਹਾਗ ਦਾ ਗੀਤ ਹੁੰਦਾ ਹੈ। ਸੋਹਿਲਾ ਤੋਂ ਕੀ ਭਾਵ ਹੈ? ਸੁਹਾਗ ਦੇ ਗੀਤ ਨੂੰ ਸੋਹਿਲਾ ਕਿਹਾ ਜਾਂਦਾ ਹੈ। ਜਦੋਂ ਕਿਸੇ ਬੱਚੀ ਦਾ ਰਿਸ਼ਤਾ ਤੈਅ ਹੁੰਦਾ ਹੈ ਤਾਂ ਲੜਕੇ ਵਾਲੇ ਵਿਆਹ ਤੋਂ ਪਹਿਲਾਂ ਇੱਕ ਚਿੱਠੀ ਭੇਜਦੇ ਹਨ, ਜਿਸ ਚਿੱਠੀ ਦੇ ਵਿੱਚ ਵਿਆਹ ਦੀ ਤਰੀਕ, ਵਾਰ, ਸਮਾਂ ਜੋ ਮੁਕਰਰ ਕੀਤਾ ਗਿਆ, ਉਸ ਚਿੱਠੀ ਵਿੱਚ ਲਿਖ ਭੇਜਦੇ ਹਨ ਕਿ ਇਸ ਤਰੀਕ ਨੂੰ ਇਤਨੇ ਵਜੇ, ਇਸ ਵਾਰ ਨੂੰ ਇਤਨੇ ਵਜੇ ਬਰਾਤ ਆਏਗੀ ਤੇ ਵਿਆਹ ਹੋਏਗਾ ਤੇ ਉਹ ਲੜਕੀ ਨੂੰ ਲੈ ਕੇ ਜਾਣਗੇ। ਵਿਆਹ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਪੁਰਾਣੇ ਜ਼ਮਾਨਿਆਂ ਵਿੱਚ ਮਾਈਆਂ ਪਾਉਣ ਦਾ ਰਿਵਾਜ ਸੀ, ਹੁਣ ਵੀ ਕੁਝ ਇਲਾਕਿਆਂ ਵਿੱਚ ਹੋਵੇਗਾ। ਲੜਕੀ ਨੂੰ ਮਾਈਆਂ ਪਾ ਦਿੱਤਾ ਜਾਂਦਾ ਸੀ ਤੇ ਮਾਈਆਂ ਪਾ ਕੇ ਲੜਕੀ ਦੀਆਂ ਚਾਚੀਆਂ, ਤਾਈਆਂ, ਮਾਮੀਆਂ, ਮਾਸੀਆਂ, ਭੈਣਾਂ, ਭੂਆ, ਭਰਜਾਈਆਂ, ਸਹੇਲੀਆਂ, ਨਿਕਟਵਰਤੀ ਰਿਸ਼ਤੇਦਾਰਾਂ ਉਸ ਲੜਕੀ ਦੇ ਸਿਰ ਵਿੱਚ ਤੇਲ ਪਾਇਆ ਕਰਦੀਆਂ ਸਨ ਤੇ ਸੋਹਿਲਾ ਗਾਇਆ ਕਰਦੀਆਂ ਸਨ, ਭਾਵ ਸੁਹਾਗ ਦੇ ਗੀਤ ਗਾਇਆ ਕਰਦੀਆਂ ਸਨ। ਤੇ ਉਸ ਗੀਤ ਦੇ ਵਿੱਚ ਅਸੀਸਾਂ ਹੁੰਦੀਆਂ ਸਨ ਕਿ ਇਹ ਲੜਕੀ ਸਹੁਰੇ ਘਰ ਵਿੱਚ ਜਾ ਕੇ ਸੁਖੀ ਵਸੇ, ਆਨੰਦ ਮਾਣੇ। ਉੱਥੇ ਇਸ ਨੂੰ ਸਸੁਰਾਲ ਵਿੱਚ, ਸਹੁਰੇ ਘਰ ਸੁਖ ਪ੍ਰਾਪਤ ਹੋਵੇ, ਇੱਜ਼ਤ ਪ੍ਰਾਪਤ ਹੋਵੇ, ਪਤੀ ਦਾ ਪਿਆਰ ਮਿਲੇ। ਤੇ ਇਸ ਤੋਂ ਇਲਾਵਾ ਵਿਛੋੜੇ ਦਾ ਦਰਦ ਵੀ ਸ਼ਾਮਿਲ ਹੁੰਦਾ ਸੀ, ਕਿਉਂਕਿ ਇਸ ਲੜਕੀ ਨੇ ਵਿਆਹ ਤੋਂ ਬਾਅਦ ਤੁਰ ਜਾਣਾ ਹੈ ਸਹੁਰੇ ਤੇ ਰਿਸ਼ਤੇਦਾਰਾਂ ਨਾਲ ਵਿਛੋੜਾ ਪਏਗਾ। ਉਸ ਲੜਕੀ ਦੇ ਮਨ ਵਿੱਚ ਵੀ ਦਰਦ ਹੁੰਦਾ ਹੈ, ਰਿਸ਼ਤੇਦਾਰਾਂ ਦੇ ਮਨ 'ਚ ਵੀ ਦਰਦ ਹੁੰਦਾ ਹੈ। ਇੱਕ ਇਸ ਤਰ੍ਹਾਂ ਦੇ ਗੀਤ ਜੋ ਗਾਇਆ ਕਰਦੇ ਸਨ, ਰਿਸ਼ਤੇਦਾਰਾਂ 'ਚ ਗਾਇਆ ਕਰਦੀਆਂ ਸਨ, ਉਸ ਨੂੰ ਸੁਹਾਗ ਦਾ ਗੀਤ ਕਿਹਾ ਜਾਂਦਾ ਸੀ। ਇਸੇ ਉਦਾਹਰਣ ਨੂੰ ਲੈ ਕੇ, ਇਸ ਇੱਕ ਦ੍ਰਿਸ਼ ਨੂੰ ਲੈ ਕੇ ਸਤਿਗੁਰੂ ਜੀ ਨੇ ਸਾਨੂੰ ਸਮਝਾਣਾ ਕੀਤਾ ਹੈ ਕਿ ਜੋ ਜੀਵ ਆਤਮਾ ਹੈ, ਮਨੁੱਖਾ ਜਨਮ ਧਾਰ ਕੇ ਇਸ ਧਰਤੀ ਤੇ ਆਈ ਹੈ, ਇਸ ਨੇ ਵੀ ਇੱਕ ਦਿਨ ਤੁਰਨਾ ਹੈ। ਇਸ ਤੇ ਵੀ ਇਸੇ ਤਰ੍ਹਾਂ ਡੋਲੀ ਤੁਰਨੀ ਹੈ, ਜਿਵੇਂ ਉਸ ਲੜਕੀ ਦੀ ਡੋਲੀ ਤੁਰੀ ਸੀ, ਕਿ ਇਸ ਦਾ ਵੀ ਰਿਸ਼ਤਾ ਤੈਅ ਹੋਇਆ ਹੈ, ਪਰ ਇਸ ਨੂੰ ਪਤਾ ਨਹੀਂ। ਜਦੋਂ ਦਾ ਬਾਹਰ ਦੀ ਹਵਾ ਲੱਗੀ, ਗਰਭ ਚੋਂ ਨਿਕਲਿਆ, ਬਾਹਰ ਦੀ ਹਵਾ ਲੱਗੀ ਤੇ ਆਪਣੇ ਮੂਲ ਨੂੰ, ਪਰਮਾਤਮਾ ਨੂੰ ਇਹ ਭੁੱਲ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਦੋਂ ਗਰਭ ਚੋਂ ਨਿਕਲਿਆ ਤਾਂ ਇਸ ਨੂੰ ਬਾਹਰ ਦੀ ਹਵਾ ਐਸੀ ਲੱਗੀ ਕਿ ਮਾਇਆ ਦਾ ਹੁਕਮ ਵਰਤ ਗਿਆ, ਮਾਇਆ ਦੇ ਅਧੀਨ ਹੋ ਗਿਆ, ਮਾਇਆ ਦੇ ਰਜੋ ਤਮੋ ਸਤੋ ਗੁਣਾਂ ਦੇ ਵਿੱਚ ਆ ਗਿਆ। ਇਸ ਨੂੰ ਪਦਾਰਥਾਂ ਦਾ ਲੋਭ ਹੋ ਗਿਆ, ਰਿਸ਼ਤੇਦਾਰਾਂ ਨਾਲ ਮੋਹ ਹੋ ਗਿਆ, ਮਾਂ ਬਾਪ ਨਾਲ, ਭੈਣਾਂ ਭਰਾਵਾਂ ਨਾਲ ਮੋਹ ਹੋ ਗਿਆ, ਮਾਇਆ ਨਾਲ ਮੋਹ ਹੋ ਗਿਆ ਤੇ ਕੁਰਸੀ ਨਾਲ ਮੋਹ ਹੋ ਗਿਆ, ਆਪਣੀ ਪ੍ਰਭੂਤਾ ਨਾਲ ਮੋਹ ਹੋ ਗਿਆ।
ਬਹੁਤ ਤਰ੍ਹਾਂ ਦੇ ਇਸ ਨੂੰ ਮੋਹ ਟੱਕਰ ਜਾਂਦੇ ਹਨ ਤੇ ਉਸ ਮੋਹ ਦੇ ਵਿੱਚ ਤੇ ਇਸ ਭਰਮ ਦੇ ਵਿੱਚ ਫਸ ਜਾਂਦਾ ਹੈ ਕਿ ਇਹ ਜੋ ਜ਼ਿੰਦਗੀ ਹੈ ਹਮੇਸ਼ਾ ਰਹਿਣ ਵਾਲੀ ਹੈ। ਕਦੇ ਇਹ ਨਹੀਂ ਸੋਚਦਾ ਕਿ ਇਸਨੇ ਵੀ ਤੁਰ ਜਾਣਾ ਹੈ। ਇਸ ਦਾ ਵੀ ਰਿਸ਼ਤਾ ਤੈਅ ਹੋਇਆ ਹੈ ਮੌਤ ਨਾਲ ਤੇ ਮੌਤ ਨੇ ਉਸ ਨਿਸ਼ਚਿਤ ਸਮੇਂ ਤੇ ਆ ਕੇ ਲੈ ਜਾਣਾ ਹੈ, ਪਰ ਇਸ ਨੂੰ ਪਤਾ ਨਹੀਂ, ਭੁੱਲਿਆ ਹੋਇਆ ਹੈ। ਉਸ ਲੜਕੀ ਦਾ ਜੋ ਰਿਸ਼ਤਾ ਤੈਅ ਹੋਇਆ ਸੀ ਉਸ ਦਾ ਪਤਾ ਸੀ ਸਮੇਂ ਤੇ ਉਹਨਾਂ ਨੇ ਆਣਾ ਲੈ ਜਾਣਾ ਹੈ। ਇਸ ਵਿੱਚ ਇਹ ਪਤਾ ਹੀ ਨਹੀਂ ਹੈ ਕਿ ਕਿਹੜਾ ਸਮਾਂ ਹੈ। ਇਸ ਲਈ ਇਹ ਸੰਸਾਰਿਕ ਧੰਦਿਆਂ ਦੇ ਵਿੱਚ ਗਵਾਚ ਗਿਆ ਹੈ, ਆਪਣੇ ਮੂਲ ਨੂੰ ਭੁੱਲ ਗਿਆ ਹੈ। ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ, ਪਰੰਤੂ ਇਹ ਮਨੁੱਖਾ ਦਹੀ ਦੇ ਵਿੱਚ ਆ ਕੇ ਆਪਣੇ ਮੂਲ ਨੂੰ ਪਰਮਾਤਮਾ ਨੂੰ ਭੁੱਲ ਗਈ ਹੈ। ਇੱਕ ਅਗਿਆਨ ਦੀ ਕੰਧ ਤਣ ਗਈ ਹੈ, ਇੱਕ ਝੂਠ ਦੀ ਕੰਧ ਤਣ ਗਈ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਿਵ ਕੂੜੇ ਟੁੱਟੇ ਪਾਲ ਦਾ ਭਾਵ ਇਹੀ ਹੈ ਕਿ ਉਹ ਜਿਹੜੀ ਅਗਿਆਨ ਦੀ ਕੰਧ, ਜਿਹੜੀ ਝੂਠ ਦੀ ਕੰਧ ਤਣ ਗਈ ਹੈ, ਜਿਸ ਕਰਕੇ ਇਸ ਨੂੰ ਪਰਮਾਤਮਾ ਦਿਖਾਈ ਨਹੀਂ ਦਿੰਦਾ, ਪਰਮਾਤਮਾ ਨੂੰ ਭੁੱਲ ਗਿਆ ਹੈ, ਉਹ ਕਿਵੇਂ ਟੁੱਟੇ। ਤੇ ਸਤਿਗੁਰੂ ਨੇ ਆਖਿਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਤੂੰ ਉਸਦੇ ਹੁਕਮ ਦਾ ਅਨਸਾਰੀ ਹੋ। ਇਸੇ ਤਰ੍ਹਾਂ ਇਹ ਜੋ ਸੋਹਿਲਾ ਬਾਣੀ ਹੈ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਇਸ ਬਾਣੀ ਦੇ ਵਿੱਚ ਪਹਿਲਾ ਸ਼ਬਦ 5 ਸ਼ਬਦਾਂ ਦੀ ਇਹ ਬਾਣੀ ਹੈ। ਪਹਿਲਾ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਰਾਗ ਗੌੜੀ ਦੀਪਕੀ ਦੇ ਵਿੱਚ। ਦੂਜਾ ਸ਼ਬਦ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਰਾਗ ਆਸਾ ਦੇ ਵਿੱਚ। ਤੀਜਾ ਸ਼ਬਦ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਰਾਗ ਧਨਾਸਰੀ ਦੇ ਵਿੱਚ। ਚੌਥਾ ਸ਼ਬਦ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਰਾਗ ਗੌੜੀ ਪੂਰਬੀ ਵਿੱਚ। ਤੇ ਪੰਜਵਾਂ ਸ਼ਬਦ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੈ ਰਾਗ ਗੌੜੀ ਪੂਰਬੀ ਰਾਗ ਦੇ ਵਿੱਚ। ਤਾਂ ਇਸ ਸੋਹਿਲਾ ਬਾਣੀ ਦੇ ਵਿੱਚ ਜੋ ਦੱਸਿਆ ਗਿਆ ਹੈ ਉਹ ਇਹੀ ਹੈ ਕਿ ਭਾਈ ਐ ਜੀਵ ਮੇਰੀ ਜਿੰਦੜੀਏ, ਤੂੰ ਸੁਹਾਗ ਦੇ ਗੀਤ ਗਾ। ਜੋ ਸੁਹਾਗ ਦੇ ਗੀਤ ਉਹ ਰਿਸ਼ਤੇਦਾਰਾਂ ਗਾਉਂਦੀਆਂ ਸਨ, ਅਸੀਸਾਂ ਦਿੰਦੀਆਂ ਸਨ ਕਿ ਇਹ ਲੜਕੀ ਸਹੁਰੇ ਘਰ ਵਿੱਚ ਸੁਖੀ ਵਸੇ। ਤੂੰ ਵੀ ਉਹ ਸੁਹਾਗ ਦੇ ਗੀਤ ਗਾ ਆਪਣੇ ਵਾਸਤੇ ਤੇ ਆਪਣੇ ਸਾਥੀਆਂ ਵਾਸਤੇ। ਹੁਣ ਫਰਕ ਇਹ ਹੈ ਕਿ ਉਸ ਵਿੱਚ ਡੋਲੀ ਉਸ ਲੜਕੀ ਦੀ ਜਾਣੀ ਸੀ, ਲੇਕਿਨ ਜੀਵ ਆਤਮਾਵਾਂ ਜਿਤਨੀਆਂ ਮਨੁੱਖ ਇਸ ਧਰਤੀ ਤੇ ਵਿਚਰ ਰਹੇ ਹਨ, ਇਹ ਸਾਰਿਆਂ ਦੀ ਡੋਲੀ ਤੁਰਨੀ ਹੈ, ਲੇਕਿਨ ਕਿਸੇ ਨੂੰ ਇਸ ਚੀਜ਼ ਦਾ ਖਿਆਲ ਨਹੀਂ ਹੈ। ਇੱਕ ਦੂਜੇ ਨਾਲ ਜਦੋਂ ਮਿਲ ਕੇ ਅਸੀਂ ਸੁਹਾਗ ਦੇ ਗੀਤ ਗਾਵਾਂਗੇ, ਸੋਹਿਲਾ ਗਾਵਾਂਗੇ, ਪਰ ਇਹ ਜੋ ਸੁਹਾਗ ਦਾ ਗੀਤ ਹੋਏਗਾ ਇਹ ਪਰਮਾਤਮਾ ਦੀ ਯਾਦ ਵਿੱਚ ਹੋਏਗਾ, ਇਹ ਸੋਹਿਲਾ ਹੋਏਗਾ। ਇਸ ਵਿੱਚ ਪ੍ਰਭੂ ਦੀ ਉਸਤਤ ਗਾਈ ਜਾਏਗੀ। ਪ੍ਰਭੂ ਦੀ ਉਸਤਤ ਜਦੋਂ ਸਭ ਮਿਲ ਕੇ ਗਾਉਂਦੇ ਹਨ, ਸਾਧ ਸੰਗਤ ਦਾ ਰੂਪ ਬਣਦੇ ਹਨ, ਇੱਕ ਦੂਜੇ ਨੂੰ ਅਸੀਸਾਂ ਦਿੰਦੇ ਹਾਂ, ਤਾਂ ਕਿ ਇਹ ਜੋ ਜੀਵ ਆਤਮਾ ਹੈ ਜਦੋਂ ਵੀ ਇਹ ਜਾਵੇ ਤਾਂ ਇਸ ਨੂੰ ਪਰਮਾਤਮਾ ਮਿਲੇ, ਇਸ ਨੂੰ ਸੁੱਖ ਆਨੰਦ ਦੀ ਸਦੀਵ ਕਾਲ ਤੱਕ ਪ੍ਰਾਪਤੀ ਹੋਵੇ, ਪਰਮਾਤਮਾ ਨਾਲ ਇੱਕ ਮਿਕ ਹੋ ਜਾਵੇ। ਜਿਵੇਂ ਇੱਕ ਬੂੰਦ ਸਮੁੰਦਰ ਵਿੱਚ ਮਿਲ ਜਾਂਦੀ ਹੈ, ਸਮੁੰਦਰ ਦਾ ਰੂਪ ਹੋ ਜਾਂਦੀ ਹੈ, ਫਿਰ ਹੁਣ ਪਛਾਣ ਨਹੀਂ ਹੁੰਦਾ ਬੂੰਦ ਕਿਹੜੀ ਤੇ ਸਮੁੰਦਰ ਕਿਹੜਾ। ਕਬੀਰ ਜੀ ਨੇ ਵੀ ਫਰਮਾਇਆ ਹੈ ਕਿ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕਿਓ ਪਛਾਨੀ। ਹੁਣ ਇਹ ਜੀਵ ਆਤਮਾ ਤੇ ਪਰਮਾਤਮਾ ਇੱਕ ਹੋ ਗਏ ਹਨ। ਇਹ ਜੀਵ ਆਤਮਾ ਪਰਮਾਤਮਾ ਦਾ ਰੂਪ ਹੋ ਗਿਆ ਹੈ। ਇਹ ਪਰਮ ਆਨੰਦ ਹੈ, ਇਹ ਪਰਮ ਗਤ ਹੈ, ਇਹੀ ਪਰਮ ਪਦ ਹੈ। ਇਹ ਤਾਂ ਹੀ ਪ੍ਰਾਪਤ ਹੋਏਗਾ ਜੇ ਸਤਿਗੁਰੂ ਦੇ ਸ਼ਰਨ ਵਿੱਚ ਆਵਾਂਗੇ, ਸਤਿਗੁਰੂ ਤੋਂ ਸ਼ਬਦ ਲੈ ਕੇ ਸਤਿਗੁਰੂ ਕੋਲ ਅਰਦਾਸ ਕਰਾਂਗੇ, ਆ ਸੱਚੇ ਪਾਤਸ਼ਾਹ ਸਾਨੂੰ ਸੋਹਿਲਾ ਬਖਸ਼, ਤੂੰ ਆਪਣੀ ਸਿਫਤ ਸਲਾਹ ਬਖਸ਼, ਤੂੰ ਆਪਣਾ ਨਾਮ ਬਖਸ਼। ਉਸ ਨਾਮ ਦੇ ਸਿਮਰਨ ਨਾਲ, ਪ੍ਰਭੂ ਦੇ ਸਿਫਤ ਸਲਾਹ ਗਾਣ ਨਾਲ ਫਿਰ ਸਾਡੀ ਇੱਕ ਐਸੀ ਅਵਸਥਾ ਬਣੇਗੀ ਸਤਿਗੁਰੂ ਦੀ ਬਖਸ਼ਿਸ਼ ਨਾਲ, ਜਿਸ ਨੂੰ ਸਹਿਜ ਅਵਸਥਾ ਕਹਿੰਦੇ ਹਨ।
ਸਹਿਜ ਅਵਸਥਾ ਦੇ ਵਿੱਚ ਪ੍ਰੇਮ ਹੀ ਪ੍ਰੇਮ ਹਿਰਦੇ ਵਿੱਚ ਵਸਦਾ ਹੈ, ਹਰੀ ਦਾ ਨਾਮ ਹੀ ਹਿਰਦੇ ਵਿੱਚ ਵਸਦਾ ਹੈ। ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਵਿਕਾਰ ਹਨ, ਇਹਨਾਂ ਤੇ ਫਤਿਹ ਪਾ ਲਈ ਜਾਂਦੀ ਹੈ। ਇੱਕ ਸਹਿਜ ਮਨ ਵਿੱਚ ਆ ਜਾਂਦਾ ਹੈ, ਇੱਕ ਅਡੋਲ ਅਵਸਥਾ ਬਣਦੀ ਹੈ ਤੇ ਇਹ ਇੱਕ ਜੀਵਨ ਮੁਕਤ ਹੋਣ ਦੀ ਅਵਸਥਾ ਹੈ। ਇਹ ਅਵਸਥਾ ਪ੍ਰਾਪਤ ਹੋਵੇਗੀ ਜੇ ਸਤਿਗੁਰੂ ਦੇ ਸ਼ਬਦ ਦਾ ਦ੍ਰਿੜਤਾ ਮਨ ਵਿੱਚ ਆਵੇਗੀ। ਤਾਂ ਅਸੀਂ ਸੋਹਿਲਾ ਬਾਣੀ ਦੀ ਜੋ ਵਿਆਖਿਆ ਕਰਨੀ ਹੈ, ਉਸ ਵਿੱਚ ਆਰੰਭ ਕਰਦੇ ਹਾਂ ਕਿ ਸੋਹਿਲਾ ਬਾਣੀ ਕਿੱਥੋਂ ਆਰੰਭ ਹੋਈ। ਇਸ ਦਾ ਆਰੰਭ ਇਸ ਪ੍ਰਕਾਰ ਹੈ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਇਹ ਸ਼ਬਦ ਰਾਗ ਗੌੜੀ ਦੀਪਕੀ ਦੇ ਵਿੱਚ। ਰਾਗ ਗੌੜੀ ਦੀਪਕੀ ਭਾਵ ਕਿ ਜਿਹੜਾ ਗੌੜੀ ਰਾਗ ਹੈ ਉਸ ਤੇ ਅੱਗੇ 11 ਪ੍ਰਕਾਰ ਹਨ। ਗੌੜੀ ਇੱਕ ਮੁੱਖ ਰਾਗ, 11 ਉਸ ਦੇ ਪ੍ਰਕਾਰ, ਜਿਵੇਂ ਕਿ ਗੌੜੀ ਗਵਾਰੇਰੀ, ਗੌੜੀ ਦੱਖਣੀ, ਗੌੜੀ ਬੈਰਾਗਣ, ਗੌੜੀ ਚੇਤੀ, ਗੌੜੀ ਦੀਪਕੀ, ਗੌੜੀ ਪੂਰਬੀ ਦੀਪਕੀ, ਗੌੜੀ ਪੂਰਬੀ, ਗੌੜੀ ਮਾਲਾ, ਗੌੜੀ ਮਾਝ, ਗੌੜੀ ਮਾਲਵਾ, ਗੌੜੀ ਮਾਲਾ ਤੇ ਗੌੜੀ ਸੋਰਠ। 11 ਪ੍ਰਕਾਰ ਹਨ ਗੌੜੀ ਦੇ, ਤੇ ਉਹਨਾਂ 11 ਪ੍ਰਕਾਰਾਂ ਵਿੱਚੋਂ ਇਹ ਇੱਕ ਪ੍ਰਕਾਰ ਹੈ ਗੌੜੀ ਦੀਪਕੀ। ਤਾਂ ਇਸ ਗੌੜੀ ਦੀਪਕੀ ਦੇ ਵਿੱਚ ਇਹ ਸ਼ਬਦ ਗਾਇਆ ਜਾਂਦਾ ਹੈ, ਇਸ ਦਾ ਕੀਰਤਨ ਕੀਤਾ ਜਾਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ, ਪਰਮਾਤਮਾ ਇੱਕ ਹੈ। ਉਹ ਕੋਈ ਉਸ ਹੋਰ ਉਹਦੇ ਮੁਕਾਬਲੇ ਵਿੱਚ ਨਹੀਂ, ਉਸ ਦੇ ਬਰਾਬਰ ਨਹੀਂ। ਇੱਕੋ ਇੱਕ ਕਿਸੇ ਦੀ ਹੋਂਦ ਹੈ, ਹੋਰ ਕਿਸੇ ਦੀ ਹੋਂਦ ਨਹੀਂ। ਤੇ ਉਹ ਲਗਾਤਾਰਤਾ ਦੇ ਵਿੱਚ ਹੈ, ਕਣ ਕਣ ਦੇ ਵਿੱਚ ਰਮਿਆ ਹੋਇਆ ਹੈ, ਕਣ ਕਣ ਦੇ ਵਿੱਚ ਰਵ ਰਿਹਾ ਹੈ, ਰਵ ਰਿਹਾ ਭਰਪੂਰ ਹੈ। ਰਮਈਆ ਤਾਂ ਹੀ ਉਸ ਨੂੰ ਕਿਹਾ ਜਾਂਦਾ ਹੈ ਕਿਉਂਕਿ ਉਹ ਹਰ ਮਨ ਵਿੱਚ, ਹਰ ਕਣ ਵਿੱਚ ਰਮਿਆ ਹੋਇਆ ਹੈ, ਹਰ ਕਣ ਵਿੱਚ ਵਸਿਆ ਹੋਇਆ ਹੈ। ਉਹ ਲਗਾਤਾਰਤਾ ਦੇ ਵਿੱਚ ਹੈ, ਇੱਕ ਹੈ, ਕੇਵਲ ਇੱਕ ਹੈ, ਕੋਈ ਉਸ ਦੇ ਬਰਾਬਰ ਦਾ ਨਹੀਂ ਹੈ। ਹੋਂਦ ਹੈ ਤਾਂ ਕੇਵਲ ਉਸੇ ਦੀ ਹੋਂਦ ਹੈ। ਸਤਿਗੁਰ ਪ੍ਰਸਾਦ। ਸਤਿਗੁਰ, ਗੁਰੂ ਉਹ ਹੈ ਜੋ ਅਗਿਆਨ ਦੇ ਅੰਧੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਦਾ ਹੈ, ਸੱਚ ਦਾ ਪ੍ਰਕਾਸ਼ ਕਰਦਾ ਹੈ। ਸਤਿਗੁਰੂ ਅਗਿਆਨ ਦੇ ਅੰਧੇਰੇ ਨੂੰ ਦੂਰ ਕਰਕੇ ਜੋ ਗਿਆਨ ਬਖਸ਼ਿਸ਼ ਕਰਦਾ ਹੈ, ਉਸ ਨੂੰ ਸਤਿਗੁਰੂ ਕਿਹਾ ਜਾਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰਸਾਦ ਬਖਸ਼ਿਸ਼, ਸਤਿਗੁਰੂ ਦੀ ਬਖਸ਼ਿਸ਼ ਨਾਲ ਇੱਕ ਓੰਕਾਰ ਪਰਮਾਤਮਾ ਜੋ ਇੱਕੋ ਇੱਕ ਹੈ, ਕੇਵਲ ਇੱਕ ਹੈ, ਉਸ ਨਾਲ ਮਿਲਾਪ ਹੋ ਸਕਦਾ ਹੈ। ਕਿਉਂਕਿ ਇਹ ਜੋ ਮਨੁੱਖ ਇਸ ਧਰਤੀ ਤੇ ਜਨਮ ਧਾਰ ਕੇ ਆਇਆ ਹੈ, ਸਰੀਰ ਧਾਰ ਕੇ ਆਇਆ ਹੈ, ਬੜੀ ਦੁਰਲਭ ਇਸ ਨੂੰ ਇਹ ਦੇਹ ਪ੍ਰਾਪਤ ਹੋਈ ਹੈ। ਇਸ ਦੇਹ ਦੇ ਵਿੱਚ ਹੀ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ। ਹੋਰ ਜਿਹੜੀ ਦੇਹ, ਜਿਵੇਂ ਹੋਰ ਜੀਵਾਂ ਦੀ ਦੇਹ ਹੈ, ਉਸ ਵਿੱਚ ਪ੍ਰਾਪਤੀ ਸੰਭਵ ਨਹੀਂ। ਹੋਰ ਜਿਹੜੀਆਂ ਜੂਨੀਆਂ ਹਨ ਉਹ ਭੋਗ ਜੂਨੀਆਂ ਹਨ। ਇਹ ਇਨਸਾਨ ਦੀ ਜੂਨੀ ਜੋ ਹੈ ਇਹ ਕਰਮ ਜੂਨੀ ਹੈ। ਇਸ ਜੂਨ ਦੇ ਵਿੱਚ ਇਨਸਾਨ ਕਰਮ ਕਮਾ ਸਕਦਾ ਹੈ, ਪਰਮਾਤਮਾ ਦੇ ਗੁਣ ਗਾ ਸਕਦਾ ਹੈ, ਗੁਰੂ ਦੀ ਸ਼ਰਨ ਵਿੱਚ ਆ ਸਕਦਾ ਹੈ, ਨਾਮ ਸਿਮਰਨ ਕਰ ਸਕਦਾ ਹੈ, ਸੇਵਾ ਕਰ ਸਕਦਾ ਹੈ, ਭਗਤੀ ਕਰ ਸਕਦਾ ਹੈ ਤੇ ਪਰਮਾਤਮਾ ਨਾਲ ਮਿਲ ਸਕਦਾ ਹੈ। 184 ਜੌਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ। ਸਾਰੇ ਜੀਵਾਂ ਦੇ ਵਿੱਚੋਂ ਸਿਰਫ ਮਨੁੱਖ ਨੂੰ ਹੀ ਇਹ ਵਡਿਆਈ ਮਿਲੀ ਹੈ। ਇਸ ਪੌੜੀ ਤੇ ਜੋ ਨਰ ਚੁੱਕੇ ਜੋ ਆਏ ਜਾਏ ਦੁੱਖ ਪਾਏਂਦਾ। ਇੱਕ ਐਸੀ ਪੌੜੀ ਤੇ ਮਨੁੱਖਾ ਜਨਮ ਦੇ ਕੇ ਖੜਾ ਦਿੱਤਾ ਹੈ ਕਿ ਇਸ ਪੌੜੀ ਤੋਂ ਇਹ ਉੱਪਰ ਜਾ ਕੇ ਪਰਮਾਤਮਾ ਨਾਲ ਮਿਲ ਸਕਦਾ ਹੈ। ਤੇ ਜੇ ਉਹ ਨਹੀਂ ਮਿਲਦਾ, ਜੇ ਮਾਇਆ ਦੇ ਹੁਕਮ ਵਿੱਚ ਚੱਲਦਾ ਹੈ, ਭਰਮ ਵਿੱਚ ਚੱਲਦਾ ਹੈ, ਤਾਂ ਮੁੜ ਕੇ ਇਹ ਵਾਪਸ ਹੇਠਾਂ ਨੂੰ ਜੂਨਾਂ ਵਿੱਚ ਆਏਗਾ, ਆਵਾਗਮਨ ਚ ਆਏਗਾ
ਜੰਮੇਗਾ ਮਰੇਗਾ। ਪਰ ਇਹ ਬੰਦ ਖਲਾਸੀ ਤਾਂ ਹੋਏਗੀ ਜੇ ਇਹ ਸਤਿਗੁਰੂ ਦੀ ਬਖਸ਼ਿਸ਼ ਇਸ ਤੇ ਹੋਏਗੀ, ਸਤਿਗੁਰੂ ਦਾ ਪ੍ਰਸਾਦ, ਸਤਿਗੁਰ ਪ੍ਰਸਾਦ, ਗੁਰ ਪ੍ਰਸਾਦ, ਸਤਿਗੁਰ ਪ੍ਰਸਾਦ ਜੋ ਹੈ ਮੂਲ ਮੰਤਰ ਦੇ ਵਿੱਚ ਵੀ ਸਤਿਗੁਰੂ ਨੇ ਬਖਸ਼ਿਆ ਹੈ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ, ਕਿ ਗੁਰੂ ਦੀ ਬਖਸ਼ਿਸ਼ ਨਾਲ ਹੀ ਇਹ ਪ੍ਰਾਪਤੀ ਹੋ ਸਕਦੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ। ਐ ਮੇਰੀ ਜਿੰਦੜੀਏ ਤੂੰ ਸੋਹਿਲਾ ਗਾ, ਤੂੰ ਸੁਹਾਗ ਦਾ ਗੀਤ ਗਾ, ਸੋਹਿਲਾ ਗਾ, ਉਸ ਪਰਮਾਤਮਾ ਦੀ ਸਿਫਤ ਸਲਾਹ ਗਾ, ਤੂੰ ਉਸ ਦਾ ਕੀਰਤਨ ਕਰ, ਤੂੰ ਉਸ ਦਾ ਨਾਮ ਸਿਮਰਨ ਕਰ, ਤੂੰ ਉਸ ਦੀ ਭਗਤੀ ਕਰ। ਤੇ ਨਾਲ ਦੱਸ ਰਹੇ ਹਨ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਕਿੱਥੇ ਕਰਾਂ? ਕਿਹੜੇ ਸਥਾਨ ਤੇ? ਉਸ ਸਥਾਨ ਤੇ ਜਿੱਥੇ ਜੈ ਕਰ ਕੀਰਤ ਆਖੀਐ, ਜਿੱਥੇ ਪਰਮਾਤਮਾ ਦੀ ਸਿਫਤ ਸਲਾਹ ਗਾਈ ਜਾਂਦੀ ਹੈ, ਜਿੱਥੇ ਪ੍ਰਭੂ ਦਾ ਕੀਰਤਨ ਕੀਤਾ ਜਾਂਦਾ ਹੈ, ਜਿੱਥੇ ਉਸ ਦੀ ਕਥਾ ਕਹਾਣੀ ਕੀਤੀ ਜਾਂਦੀ ਹੈ, ਜਿੱਥੇ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ। ਭਾਵੇਂ ਇਹ ਗੁਰੂ ਘਰ ਹੈ, ਭਾਵੇਂ ਇਹ ਰਿਹਾਇਸ਼ੀ ਘਰ ਹੈ, ਭਾਵੇਂ ਇਹ ਕੋਈ ਐਸਾ ਸਥਾਨ ਹੈ ਜਿੱਥੇ 2 ਬੰਦੇ 4 ਬੰਦੇ ਬਹਿ ਕੇ ਸ਼ਬਦ ਦੀ ਵਿਚਾਰ ਕਰਦੇ ਹਨ, ਕੀਰਤਨ ਕਰਦੇ ਹਨ, ਨਾਮ ਸਿਮਰਨ ਕਰਦੇ ਹਨ, ਬਹਿ ਕੇ ਸਤਸੰਗ ਕਰਦੇ ਹਨ, ਤੇ ਭਾਵੇਂ ਇਹ ਹਿਰਦਾ ਹੈ ਜਿੱਥੇ ਸ਼ਬਦ ਦੀ ਵਿਚਾਰ ਲਗਾਤਾਰ ਚੱਲਦੀ ਰਹਿੰਦੀ ਹੈ। ਐਸੇ ਸੰਤ ਜਨ, ਐਸੇ ਬ੍ਰਹਮ ਗਿਆਨੀ, ऐसे सेवक गुरु के, ऐसे गुरु के सिख जड़े निरंतर लगातार अपने मन दे विच सिमरन वसाई रखते हैं, शब्द वसाई रखते हैं, शब्द की विचार करते रहते हैं, सुनते रहते हैं, सुनाते रहते हैं। हाथ पांव सो काम कर चीत नरंजन नाल, ऐसी अवस्था के मालिक हो गए हैं। जिथे भी ये कीरत हो रही है, जय कर कीरत आखी है, जिस घर विच हो रही है, गुरु के घर विच हो रही है, गुरु के घर विच जाके संगतां कीर्तन कर रही हैं, सुन रही हैं, कथा हो रही है, सुन रहे हैं, गुरबाणी पढ़ी जा रही है, सुनी जा रही है। तू जा उत्थे जाके बाणी सुन, बाणी पढ़, कीर्तन कर, कीर्तन सुन, विचार कर, विचार सुन। जय कर कीरत आखी है, करते का होए विचारो। जिस घर विच ये सब कुछ ये सत्संग हो रहा है, तित कर गावो सोहेला सिवरो सिरजनहारो। उस घर विच जाके, उस घर विच जा, उत्थे जाके बह के सिमरन कर, सिवरो सिरजनहारो। सिमरन कर सिरजनहार दा। सिरजनहार जिसने इस सृष्टि की साजना की है, सिरजना की है, जिसने सृष्टि बनाई है, तैनू भी बनाया है, तेरे शरीर नू बनाया है, कितना अद्भुत बनाया है तेरा शरीर। जे इसके अंदर झाक के देखिए तो कितने कीमती सिस्टम हैं। जे साइंस जो मैडिकल साइंस है वो जानते हैं कि कितने अद्भुत सिस्टम हैं शरीर के अंदर। तैनू वो बख्शिश कीते हैं, तेरी सिरजना की है, तेरा एक अद्भुत दिमाग बनाया है, जिस दिमाग के जरिए तू इतनी तरक्की भी की है, इतना कुछ बना लिया है, कुदरत के सिद्धांतों की खोज करके तू इतना कुछ बना लिया है। ये सब कुछ बख्शिश किया है सिरजनहार ने, सृष्टि के करता ने, उस मालिक ने जो करता पुरख है। मूल मंत्र दे विच एक ओंकार सतनाम करता पुरख। करता पुरख है वो क्रिएटर है, वो कण कण नूं बनाण वाला है। तो उसका सिमरन कर, उसका शुकराना कर, उस दियां दातां जो उसने दित्तियां हन उन्हां दा शुकराना कर।
तुम गावो मेरे निर्भव का सोहला, हाँ वारी जित सोहले सदा सुख होए रहाओ। ये रहाओ दी तुक है। रहाओ दा मैना है ठहराओ, कि इत्थे ठहरो, सोचो विचारो। इत्थे शब्द दी सार तत्त है। इस शब्द का जो भाव है वो इत्थे है। तुम गावो मेरे निर्भव का सोहेला, ऐ मेरी जिंदड़िए तू गा, मेरे निर्भव दा सोहला गा। निर्भव इको ओंकार सतनाम करता पुरख निर्भव। निर्भव जड़ा भाव तो रहत है, डर तो रहत है। इस दुनिया के अंदर हर इंसान डर विच है। बच्चों नूं माँ बाप का डर, माँ बाप नूं बच्चों का डर, विद्यार्थी नूं अध्यापक का डर, अध्यापक नूं प्रिंसीपल का डर, प्रिंसीपल नूं मैनेजमेंट का डर, अफसर नूं मंत्री का डर, मंत्री नूं अगे राजे का डर, ते राजे नूं ये डर के ते कोई मेरा राज ना खो लवे, मेरे तख्त का तख्ता ना बन जाए। हर इंसान डर दे विच है। ते जे कोई डर तो रहत है तो केवल ते केवल परमात्मा है। उसके बराबर का कोई है नहीं जिस तो वो डरे। वो सर्वोत्तम है, वो क्रिएटर है, प्रतिपालक है, सबनों रोजी देण वाला है, घट घट दे विचों वस रहा है, सबनों दी प्रतिपालना करता है, लगातार प्रतिपालना करता है। वो सर्वोत्तम है, सब तो वड्डा है, उसनों किसी का डर नहीं है। निर्भव निर्वैर अकाल मूरत, अजूनी सैभं गुर प्रसाद। ऐ मेरी जिंदड़ी तू उस निर्भव दा कीर्तन कर, उसकी सिफत सलाह गा, उसका सोहला गा। तुम गावो मेरे निर्भव का सोहला, हाँ वारी जित सोहला सदा सुख होए रहाओ। मैं ऐसे सोहले तो कुर्बान जाती हाँ। सतगुरु जी अपने आप नूं जीव इस्त्री मन के परमात्मा नूं पुरख आख के आख रहे हैं। जो जीव आत्मा है ये जीव इस्त्री की न्याई है। परमात्मा पुरख है, करता पुरख वो पुरख है। बाकी जो जीव हैं इस संसार के उत्ते विचर रहे, ये सब जीव इस्त्रियां, ये इस्त्री के न्याई हैं। हाँ वारी जित सोहलै सदा सुख होए रहाओ। वो सोहला जिसनों गा के हमेशा हमेशा दे लई एक सदीवी आनंद प्राप्ति होंदी है। एक सदीव काल लई आनंद प्राप्त होंदा है, जो आनंद मुड़ के खत्म नहीं होंदा। दुनिया भर दे जितने आनंद हैं, सुख हैं, इन्हां दी एक सीमा है। उस सीमा तो बाद, समय की सीमा तो बाद एक थोड़े समय वास्ते वो सुख होंदा है। उस सीमा तो बाद की होंदा है कि वो सुख खत्म हो जाता है। इस दुनिया विच बड़े बड़े राजे होए, काफ़ी देर तक राज किया। किसी ने 50 साल किया, किसी ने 40 साल किया, किसी ने 10 साल किया, किसी ने इस तो ज़्यादा किया, परंतु फिर खत्म हो गया। फिर वो कित्थे गए राजे? होर भी जो दुनिया के सुख सन, पदार्थ सन, जो इंसान ने माणे, कुछ समय वास्ते माणे, पर उस तो बाद वो खत्म हो गए। कोई ऐसा सुख दुनिया का नहीं है जो हमेशा हमेशा तक रहे, परंतु आत्मक सुख ये हमेशा रहिंदा है। आत्मक सुख कदे खत्म नहीं होंदा, क्योंकि परमात्मा पहला सी, हुण है, ते भविख विच भी होवेगा। आद सच जुगाद सच, है भी सच, नानक होसी भी सच।
ਉਹ ਹਮੇਸ਼ਾ ਸੀ, ਹਮੇਸ਼ਾ ਹੈ, ਹਮੇਸ਼ਾ ਰਹੇਗਾ। ਇਸੇ ਤਰ੍ਹਾਂ ਜੋ ਆਤਮਾ, ਜੀਵ ਆਤਮਾ ਹੈ, ਇਹ ਵੀ ਹਮੇਸ਼ਾ ਸੀ, ਹਮੇਸ਼ਾ ਹੈ, ਹਮੇਸ਼ਾ ਰਹੇਗੀ। ਇਹ ਵੀ ਅਮਰ ਹੈ। ਆਤਮਾ ਮਰਦੀ ਨਹੀਂ ਹੈ, ਇਸਨੇ ਹਮੇਸ਼ਾ ਰਹਿਣਾ ਹੈ। ਪਰੰਤੂ ਜੇ ਤਾਂ ਇਹ ਸੋਹਿਲਾ ਗਾਉਂਦੀ ਹੈ, ਪ੍ਰਭੂ ਦੀ ਉਸਤਤ ਗਾਉਂਦੀ ਹੈ, ਨਾਮ ਸਿਮਰਨ ਕਰਦੀ ਹੈ, ਗੁਰੂ ਦੀ ਸ਼ਰਨ ਵਿੱਚ ਆਉਂਦੀ ਹੈ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਦੀ ਹੈ, ਤਾਂ ਇਹ ਪਰਮਾਤਮਾ ਵਿੱਚ ਮਿਲ ਜਾਂਦੀ ਹੈ ਤੇ ਸਦੀਵੀ ਆਨੰਦ ਲੈਂਦੀ ਹੈ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਇੱਕ ਐਸਾ ਸੁਖ ਹੋਏਗਾ, ਇੱਕ ਐਸਾ ਆਨੰਦ ਦੀ ਪ੍ਰਾਪਤੀ ਹੋਏਗੀ ਜੋ ਹਮੇਸ਼ਾ ਰਹੇਗੀ, ਜਿਹੜੀ ਕਦੇ ਖਤਮ ਨਹੀਂ ਹੋਵੇਗੀ। ਨਿਤ ਨਿਤ ਜੀਅੜੇ ਸੰਭਾਲੀਆਂ, ਦੇਖੇਗਾ ਦੇਵਨਹਾਰ। ਜੋ ਪ੍ਰਭੂ ਨੇ ਸ੍ਰਿਸ਼ਟੀ ਬਣਾਈ ਹੈ, ਕ੍ਰੀਏਟ ਕੀਤੀ ਹੈ, ਉਹ ਹਮੇਸ਼ਾ ਤੱਕ ਉਸਨੇ ਹਮੇਸ਼ਾ ਉਸ ਦੀ ਪ੍ਰਤਿਪਾਲਨਾ ਵੀ ਕੀਤੀ ਹੈ। ਇਹ ਨਹੀਂ ਕਿ ਉਹ ਉਹਨੂੰ ਬਣਾ ਕੇ ਅਲੱਗ ਹੋ ਗਿਆ ਹੈ, ਉਹ ਵਿੱਚ ਰਹਿੰਦਾ ਹੈ, ਇਸ ਦੀ ਸਵਾਸ ਪ੍ਰਤਿਪਾਲਨਾ ਕਰਦਾ ਹੈ, ਉਸ ਨੂੰ ਸਵਾਸ ਬਖਸ਼ਦਾ ਹੈ। ਤਾਂ ਹੀ ਇਹ ਇਨਸਾਨ ਜਿੰਦਾ ਰਹਿੰਦਾ ਹੈ, ਜੇ ਇਸ ਨੂੰ ਸਵਾਸ ਮਿਲਦੇ ਹਨ। ਤੇ ਆਪ ਉਹ ਦੇਖਦਾ ਹੈ, ਦੇਖੇਗਾ ਦੇਵਨਹਾਰ। ਉਹ ਆਪ ਲਗਾਤਾਰ ਦੇਖ ਰਿਹਾ ਹੈ, ਪ੍ਰਤਿਪਾਲਨਾ ਕਰ ਰਿਹਾ ਹੈ, ਸਾਰ ਸੰਭਾਲ ਕਰ ਰਿਹਾ ਹੈ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸਮਾਰ। ਤੇ ਤੇਰੀਆਂ ਦਾਤਾਂ ਦੀ ਕੀਮਤ ਨਹੀਂ ਪੈ ਸਕਦੀ। ਐ ਸੱਚੇ ਪਾਤਸ਼ਾਹ, ਇਹ ਪਰਮਾਤਮਾ ਜੋ ਤੂੰ ਸਾਨੂੰ ਦਿੱਤਾ ਹੈ, ਕਿਤਨਾ ਕੀਮਤੀ ਸਰੀਰ ਦਿੱਤਾ ਹੈ, ਖਾਣ ਪੀਣ ਵਾਸਤੇ ਦਿੱਤਾ ਹੈ, ਪਾਣੀ ਦਿੱਤਾ ਹੈ, ਹਵਾ ਦਿੱਤੀ ਹੈ, ਅੱਗ ਦਿੱਤੀ ਹੈ, ਅਨਾਜ ਦਿੱਤਾ ਹੈ। ਤੂੰ ਧਰਤੀ ਦੇ ਵਿੱਚ ਉਪਜਾਊ ਸ਼ਕਤੀ ਪਾਈ ਤਾਂ ਇਤਨਾ ਅਨਾਜ ਪੈਦਾ ਹੋਇਆ। ਇਤਨੀ ਖਲਕਤ ਜਦੋਂ ਦੇ ਦੁਨੀਆ ਬਣੀ ਹੈ, ਉਦੋਂ ਦੇ ਖਾਣ ਵਾਲੇ ਖਾ ਰਹੇ ਹਨ, ਹੁਣ ਵੀ ਖਾ ਰਹੇ ਹਨ ਤੇ ਖਾਂਦੇ ਰਹਿਣਗੇ। ਪਰ ਧਰਤੀ ਦੀ ਉਪਜਾਊ ਸ਼ਕਤੀ ਨਹੀਂ ਮੁੱਕਦੀ। ਇਹ ਤੇਰੀ ਦਾਤ ਹੈ। ਤੋ ਇਤਨੀ ਹਵਾ ਦਿੱਤੀ ਹੈ ਕਿ ਸਾਰੇ ਸਾਹ ਲੈ ਰਹੇ ਹਨ, ਲੈਂਦੇ ਰਹੇ ਹਨ, ਲੈਂਦੇ ਰਹਿਣਗੇ, ਹਵਾ ਨਹੀਂ ਮੁੱਕਦੀ। ਇਹ ਤੇਰੀ ਦਾਤ ਹੈ। ਇਤਨਾ ਅਦਭੁਤ ਸਰੀਰ ਦਿੱਤਾ ਹੈ, ਇਤਨੇ ਉਸ ਦੇ ਵਿੱਚ ਸਿਸਟਮ ਬਣਾਏ ਹਨ, ਇਹ ਤੇਰੀ ਅਦਭੁਤ ਦਾਤ ਹੈ। ਤੇ ਇਸ ਦਾਤ ਦੀ ਕੀਮਤ ਨਹੀਂ ਪਾਈ ਜਾ ਸਕਦੀ।